ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਮਿਕਰੋਨ ਵਧਣ ਦੇ ਨਾਲ ਸੂਬਿਆਂ ਦੇ ਵਿੱਚ ਤੇਜ਼ ਰੈਪਿਡ ਟੈਸਟ ਵਧਾਉਣ ਦੀ ਕਹੀ ਗੱਲ। 140 ਮਿਲੀਅਨ ਰੈਪਿਡ ਟੈਸਟ ਹੋਣਗੇ ਮੁਹੱਈਆ। ਵੈਨਕੂਵਰ 'ਚ ਬਰਫ਼ਬਾਰੀ ਕਾਰਨ ਕਈ ਬੱਸਾਂ ਚੱਲਣ ਦੇ ਵਿੱਚ ਹੋਈ ਦੇਰੀ। ਕਈ ਰੂਟਾਂ ਤੇ 4 ਘੰਟਿਆਂ ਤੋਂ ਦੇਰੀ ਨਾਲ ਚੱਲੀਆਂ ਬੱਸਾਂ। एनवायरमेंट कैनेडा ने BC के कई इलाकों के भारी बर्फबारी की दी चेतावनी। कई इलाकों 30 सेंटीमीटर तक बर्फबारी की संभावना। खबरां विस्तार दे नाल। प्रधान मंत्री जस्टिन ट्रूडो ने कहा कि रैपिड टैस्टां की गिनती वधाई जाएगी। कैनेडा के वल्लों जनवरी दे विच पूरे देश दे विच 140 मिलियन तेजी नाल जिहड़ियां ने ओह किटां वंडियां जाणगीआं। कई थावां ते मॉलिक्यूलर टैस्टां तक पहुंच नूं सीमित कर दिता गया है क्योंकि पिछले कई हफ्तियां तो बीमारियां वधियां होईयां ने। कैनेडियन नूं कोविड-19 दे हौली फैलण तो घटाउण दे लई टीकाकरण करन दी लगातार अपील की जा रही है। कोविड-19 ओमिक्रॉन रूप कैनेडा भर दे विच तेजी नाल फैलण दे नाल प्रधानमंत्री जस्टिन ट्रूडो ने महामारी दे नाल लड़न लई सूबिਆਂ ਨੂੰ होर साधनां दे नाल लैस करन दा वादा कीता है क्योंकि बहुत सारे भाईचारे मंग दे विच वाधे दौरान टैसटिंग मुद्दिਆਂ दे नाल नजिठदे ने। ट्रूडो ने कैनेडियंस ਨੂੰ ਭਰੋਸਾ ਦਿੱਤਾ ਹੈ कि होर तेजी नाल टैसट होण वाले ने। ਅਸੀਂ ਦਸੰਬਰ ਵਿੱਚ ਰਿਕਾਰਡ ਸੰਖਿਆ ਵਿੱਚ ਟੈਸਟ ਕੀਤੇ। ਅਸੀਂ ਜਨਵਰੀ ਦੇ ਵਿੱਚ ਇਸ ਨੂੰ 4 ਗੁਣਾ ਕਰਨ ਜਾ ਰਹੇ ਹਾਂ। ट्रूडो ने 2022 ਦੇ ਆਪਣੇ ਪਹਿਲੇ कोविड-19 ਅਪਡੇਟ ਦੇ ਵਿੱਚ ਜਾਣਕਾਰੀ ਦਿੰਦੇ ਕਿਹਾ। सेहत मंत्री ने कहा कि दसंबर 2021 ਵਿੱਚ सिर्फ एक वाधू 35 मिलियन टैसट प्रांताਂ ਦੇ ਪ੍ਰਦੇਸ਼ਾਂ ਨੂੰ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਅੱਜ ਮੈਨੂੰ ਇਹ ਪੁਸ਼ਟੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜਨਵਰੀ ਦੇ ਮਹੀਨੇ ਵਿੱਚ ਪ੍ਰੋਵਿੰਸਾਂ ਤੇ ਪ੍ਰਦੇਸ਼ਾਂ ਨੂੰ ਵਾਧੂ ਯਾਨੀ 140 ਮਿਲੀਅਨ ਰੈਪਿਡ ਟੈਸਟ ਦਿੱਤੇ ਜਾਣਗੇ। ਕਈ ਥਾਵਾਂ ਤੱਕ ਮੋਲੀਕਿਊਲਰ ਟੈਸਟਾਂ ਤੱਕ ਪਹੁੰਚ ਨੂੰ ਸੀਮਿਤ ਕਰ ਦਿੱਤਾ ਗਿਆ। ਪਿਛਲੇ ਜਿਹੜੇ ਕਈ ਹਫ਼ਤਿਆਂ ਤੋਂ ਬਿਮਾਰੀਆਂ ਵਧੀਆਂ ਨੇ। ਕੁਝ ਪ੍ਰਾਂਤਾਂ ਦੇ ਵਿੱਚ ਜਿਵੇਂ BC ਲੋਕਾਂ ਨੂੰ ਕਹਿ ਰਿਹਾ ਹੈ ਕਿ ਜੇਕਰ ਉਹ ਸਿਸਟਮ ਤੇ ਤਣਾਅ ਦੇ ਕਾਰਨ ਕੋਵਿਡ-19 ਦੇ ਹਲਕੇ ਲੱਛਣ ਦਿਖਾਉਂਦੇ ਨੇ ਤਾਂ PCR ਟੈਸਟ ਨਾ ਕਰਵਾਉਣ। ਸੂਬੇ ਨੇ 65 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਤੇ ਅੰਡਰਲਾਈਨਿੰਗ ਮੈਡੀਕਲ ਸਥਿਤੀਆਂ ਵਾਲੇ ਲੋਕਾਂ ਲਈ PCR ਟੈਸਟਾਂ ਨੂੰ ਤਰਜੀਹ ਦਿੱਤੀ ਹੈ। ਹੋਰਨਾਂ ਨੂੰ ਟੈਸਟਿੰਗ ਸਹੂਲਤਾਂ ਤੇ ਤੇਜ਼ੀ ਨਾਲ ਟੈਸਟ ਦਿੱਤੇ ਜਾ ਰਹੇ ਨੇ। ਆਪਣੀ ਆਖਰੀ ਵਿੱਤੀ ਅਪਡੇਟ ਦੇ ਵਿੱਚ ਫੈਡਰਲ ਸਰਕਾਰ ਨੇ ਲਗਭਗ 1.7 ਮਿਲੀਅਨ ਰੈਪਿਡ ਟੈਸਟਾਂ ਦੀ ਸਪਲਾਈ ਨੂੰ ਸੁਰੱਖਿਅਤ ਕਰਨ ਦੇ ਲਈ $180 ਬਿਲੀਅਨ ਰੱਖੇ ਨੇ। ਪ੍ਰਧਾਨ ਮੰਤਰੀ ਨੇ ਮੰਨਿਆ ਹੈ ਕਿ ਛੁੱਟੀਆਂ ਸਾਰੇ ਕੈਨੇਡੀਅਨਾਂ ਦੇ ਲਈ ਔਖੀਆਂ ਸਨ ਤੇ ਇਹ ਉਹ ਸਥਿਤੀ ਨਹੀਂ ਹੈ ਜਿਸ ਵਿੱਚ ਅਸੀਂ ਨਵੇਂ ਸਾਲ ਦੀ ਸ਼ੁਰੂਆਤ ਕਰਨਾ ਚਾਹੁੰਦੇ ਸੀ। ਉਹਨਾਂ ਕਿਹਾ ਅਸੀਂ ਜਾਣਦੇ ਹਾਂ ਕਿਉਂਕਿ ਅਸੀਂ ਇਸ ਨੂੰ ਪਹਿਲਾਂ ਦੇਖਿਆ ਜਦੋਂ ਲਹਿਰਾਂ ਇਸ ਤਰ੍ਹਾਂ ਦੀਆਂ ਵੇਵ ਨਾਲ ਹਿੱਟ ਹੋਈਆਂ। ਸਾਨੂੰ ਇਕੱਠੇ ਇਸ ਦੇ ਨਾਲ ਨਜਿੱਠਣਾ ਪੈਣਾ ਹੈ ਤੇ ਕੁਝ ਮਹੀਨਿਆਂ ਦੇ ਵਿੱਚ ਇਹ ਬਿਹਤਰ ਹੋ ਜਾਏਗਾ। ਉਹਨਾਂ ਕਿਹਾ ਅਸੀਂ ਇੱਕ ਬਿਹਤਰ ਬਸੰਤ ਨੂੰ ਦੇਖ ਰਹੇ ਹਾਂ ਜਦੋਂ ਤੱਕ ਅਸੀਂ ਸਾਰੇ ਆਪਣਾ ਹਿੱਸਾ ਪਾ ਰਹੇ ਹਾਂ। ਟਰੂਡੋ ਨੇ ਮੰਗਲਵਾਰ ਨੂੰ ਆਪਣਾ ਬੂਸਟਰ ਸ਼ਾਟ ਲੈਂਦੇ ਹੋਏ ਇੱਕ ਵਾਰ ਫਿਰ ਕੈਨੇਡੀਅਨਾਂ ਨੂੰ ਟੀਕਾ ਲਗਵਾਉਣ ਦੀ ਤਾਕੀਦ ਕੀਤੀ ਤਾਂ ਕਿ ਉਹ ਯੋਗ ਹਨ। ਇਹ ਨੋਟ ਕਰਦੇ ਹੋਏ ਕਿ ਹਰੇਕ ਲਈ ਤੀਜੀ ਖੁਰਾਕ ਲੈਣ ਲਈ ਕਾਫੀ ਖੁਰਾਕਾਂ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬ ਦੀ ਰਿਪੋर्ट। उधर फ्रांस ਦੇ ਵਿੱਚ ਨਵਾਂ वेरिएंट आया। उस वेरिएंट ने जिवें ही दस्तक दी तो काफ़ी हफड़ा दफड़ी बनी। हालांकि ज़्यादा जानकारी लिए देखते हैं गल अज की। पिछले दिनों चों एक गल बारे चर्चा हो रही है और वो चर्चा अज दी अखबारां दे विच भी चलती रही। अज चर्चा ये चलती रही कि जिहड़ा ओमिक्रॉन वेरिएंट आ कोविड-19 का ये सामने आया कि ये तो बाद एक नवा वेरिएंट भी सामने आया। दस रहे आ कि कोविड-19 जिहड़ा करोना वायरस आ इन्हें म्यूटेट होना आ ते ये म्यूटेट हो रहा भाव अपने नवे रूप बदल रहा ते नवे रूप सामने आ रहे हैं ते इहदे विच कोई हैरानी वाली गल नहीं कि एक होर नवा रूप कोविड-19 का ओमिक्रॉन वेरिएंट तो बाद फ्रांस दे विच सामने आ चुक्या जिहदियां दसदे आ कि 46 म्यूटेशन था ਤੇ ਜਿਹੜੀਆਂ 37 ਡਿਲੀਸ਼ਨਸ ਦਸੀਆਂ ਜਾ ਰਹੀਆਂ ਇਹਦੇ ਜੈਨੇਟਿਕ ਕੋਡ ਦੀਆਂ। ਇਹਦੇ ਸਪਾਈਕ ਪ੍ਰੋਟੀਨ ਦੇ ਵਿੱਚ ਬਹੁਤ ਸਾਰੀ ਤਬਦੀਲੀ ਦਸੀ ਜਾ ਰਹੀ ਹੈ। ਕੁਝ ਟੈਕਨੀਕਲ ਗੱਲਾਂ ਇਸ ਕਿਸਮ ਦੀਆਂ ਸਾਹਮਣੇ ਆ ਰਹੀਆਂ ਪਰ ਗੱਲ ਕੀ ਆ ਇਹ ਜਿਹੜਾ ਨਵਾਂ ਵੇਰੀਐਂਟ ਆ ਇਹਦਾ ਨਾਂ ਕੀ ਆ ਦੱਸਿਆ ਜਾ ਰਿਹਾ ਕਿ ਇਹਦਾ ਨਾਂ B.1.640.2। ਇਹ ਨਾਂ ਥੋੜਾ ਜਿਹਾ ਅਜੀਬ ਆ। ਬਾਕੀ ਜਿਹੜੇ ਗ੍ਰੀਕ ਐਲਫਾਬੈਟ ਨੇ ਉਹਨਾਂ ਦੇ ਉੱਤੇ ਨਾਂ ਰੱਖੇ ਗਏ ਜਿਵੇਂ ਡੈਲਟਾ ਸੀ ਜਿਵੇਂ ਓਮਿਕਰੋਨ ਸੀ ਇਹ 15ਵੇਂ ਅੱਖਰ ਦੇ ਉੱਤੇ ਨਾਂ ਰੱਖਿਆ ਗਿਆ। ਇਹਦਾ ਨਾਂ ਅਜੇ ਤੱਕ ਜਿਹੜਾ ਨਵਾਂ ਓਮਿਕਰੋਨ ਤੋਂ ਬਾਅਦ ਵੇਰੀਐਂਟ ਸਾਹਮਣੇ ਆਇਆ ਫਰਾਂਸ ਦੇ ਵਿੱਚ ਸਾਹਮਣੇ ਆਇਆ ਇਹਦਾ ਅਜੇ ਤੱਕ ਨਾਂ ਨਹੀਂ ਰੱਖਿਆ ਗਿਆ। ਇਹਦਾ ਨਾਂ B.1.640.2 ਅਜੇ ਤੱਕ ਹੈ। ਜੇ ਇਸ ਤਰ੍ਹਾਂ ਲੱਗਦਾ ਜਿਵੇਂ ਨਿਊ ਜਰਸੀ ਦਾ ਕੋਈ ਫੋਨ ਨੰਬਰ ਹੋਵੇ ਪਰ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਵੇਰੀਐਂਟ ਆ ਜਿਹਨੂੰ ਵੇਰੀਐਂਟ IHU
ਕੁਝ ਅਖਬਾਰਾਂ ਇਹਦੇ ਬਾਰੇ ਕਹਿ ਰਹੀਆਂ ਕਿ ਨਵਾਂ ਵੇਰੀਐਂਟ ਸਾਹਮਣੇ ਆ ਰਿਹਾ, ਪਰ ਕੁਝ ਜਿਹੜੀਆਂ ਅਖਬਾਰਾਂ ਦੱਸ ਰਹੀਆਂ ਕਿ ਅਜੇ ਤੱਕ ਇਹਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੇਰੀਐਂਟ ਨਹੀਂ ਮੰਨਿਆ। WHO ਨੇ ਅਜੇ ਤੱਕ ਇਹਨੂੰ ਕਿਸੇ ਕੈਟਾਗਰੀ ਦੇ ਵਿੱਚ ਨਹੀਂ ਰੱਖਿਆ ਕਿ ਇਹ ਵੇਰੀਐਂਟ ਉਹਨਾਂ ਦੇ ਲਈ ਖੋਜ ਦਾ ਵਿਸ਼ਾ ਆ, ਇਹ ਵੇਰੀਐਂਟ ਆਫ ਕੰਸਰਨ ਆ, ਇਹ ਕਿਹੜੀ ਕਿਸਮ ਆ, ਇਹਦੇ ਬਾਰੇ ਉਹਨਾਂ ਨੇ ਹਜੇ ਤੱਕ ਕੁਝ ਨਹੀਂ ਕਿਹਾ ਵੀ ਇਹ ਬਹੁਤ ਮੁੱਢਲੀਆਂ ਅਜੇ ਤੱਕ ਰਿਪੋਰਟਾਂ ਆ। ਮੈਡੀਟੇਰੀਅਨ ਇਨਫੈਕਸ਼ੀਅਸ ਯੂਨੀਵਰਸਿਟੀ ਹਸਪੀਟਲ ਇੰਸਟੀਚਿਊਟ IHU ਜਿਹੜਾ ਫਰਾਂਸ ਦੇ ਵਿੱਚ ਆ, ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਇੱਕ ਰਿਪੋਰਟ ਜਿਹਦੇ ਵਿੱਚ ਪ੍ਰੀ ਪ੍ਰਿੰਟ ਅਪਲੋਡਡ ਟੂ ਜਿਹੜਾ ਉਹਨਾਂ ਦਾ ਹੈਗਾ ਆ, ਉਹਦੇ ਵਿੱਚ ਇਹ ਦਸੰਬਰ 29 ਨੂੰ ਸਾਹਮਣੇ ਆਇਆ ਸੀ। ਹਜੇ ਤੱਕ ਇਹ ਕਲੀਅਰ ਨਹੀਂ ਹੋਇਆ ਕਿ ਇਹ ਕਿੰਨੀ ਕੁ ਸਮੱਸਿਆ ਪੈਦਾ ਕਰ ਸਕਦਾ B.1.640.2 ਕੋਵਿਡ ਦਾ ਵੇਰੀਐਂਟ। ਅਸੀਂ ਇਹਦੇ ਬਾਰੇ ਗੱਲ ਕਿਉਂ ਕਰ ਰਹੇ ਹਾਂ? ਇਹਦੇ ਬਾਰੇ ਗੱਲ ਇਸ ਕਰਕੇ ਕਰ ਰਹੇ ਹਾਂ ਕਿ ਜਦੋਂ ਵੀ ਕੋਈ ਵੇਰੀਐਂਟ ਸਾਹਮਣੇ ਆਉਂਦਾ ਸ਼ੁਰੂ ਦੇ ਵਿੱਚ ਉਹਦੇ ਬਾਰੇ ਚਰਚਾ ਹੁੰਦੀ ਹੈ, ਲੱਗਦਾ ਕਿ ਖਤਰਨਾਕ ਨਹੀਂ ਹੈ, ਤੇ ਹੌਲੀ ਹੌਲੀ ਉਹ ਚੀਜ਼ਾਂ ਸਾਡੇ ਲਈ ਆਮ ਹੋ ਜਾਂਦੀਆਂ। ਐਸੇ ਤਰ੍ਹਾਂ ਜਿਹੜਾ ਡੈਲਟਾ ਵੇਰੀਐਂਟ ਆ ਉਹਦੇ ਨਾਲ ਹੋਇਆ, ਐਸੇ ਤਰ੍ਹਾਂ ਓਮੀਕਰੋਨ ਵੇਰੀਐਂਟ ਨਾਲ ਹੋਇਆ। ਪਹਿਲਾਂ ਅਖਬਾਰਾਂ ਦੇ ਖੂੰਜੇ ਵਿੱਚ ਲੱਗੀਆਂ ਕੁਝ ਖਬਰਾਂ ਛਪਦੀਆਂ ਸੀ ਕਿ ਓਮੀਕਰੋਨ ਵੇਰੀਐਂਟ ਸਾਹਮਣੇ ਆ ਗਿਆ, ਫਿਰ ਕਿਹਾ ਗਿਆ ਇਹ ਖਤਰਨਾਕ ਨਹੀਂ ਹੈ, ਤੇ ਹੌਲੀ ਹੌਲੀ ਇਹ ਪੂਰੀ ਦੁਨੀਆ ਦੇ ਵਿੱਚ ਫੈਲ ਗਿਆ, ਤੇ ਇਦਾਂ ਲੱਗਦਾ ਕਿ ਲਗਭਗ ਇੱਕ ਵਾਰੀ ਫਿਰ COVID-19 ਦੁਬਾਰਾ ਆ ਗਿਆ। ਹੁਣ ਇੱਕ ਨਵਾਂ ਵੇਰੀਐਂਟ ਫਰਾਂਸ ਦੇ ਵਿੱਚ ਆਉਣਾ, ਉਹਦੇ ਉੱਤੇ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਹਜੇ ਤੱਕ ਇਹਦੇ ਬਾਰੇ ਕੋਈ ਵੀ ਟਿੱਪਣੀ ਨਹੀਂ ਆਈ। ਹੋ ਸਕਦਾ ਕੱਲ੍ਹ ਨੂੰ ਇਹਦਾ ਕੋਈ ਹੋਰ ਨਾਂ ਪਾਈ ਜਾਂ ਕੋਈ ਹੋਰ ਨਾਂ ਉਹ ਰੱਖ ਦੇਣ, ਪਰ ਅਜੇ ਤੱਕ ਉਹਨਾਂ ਨੇ ਕੁਝ ਨਹੀਂ ਦੱਸਿਆ। ਇਹ ਵੀ ਨਹੀਂ ਪਤਾ ਲੱਗਿਆ ਕਿ ਇਹ ਕਿੰਨਾ ਕੁ ਖਤਰਨਾਕ ਆ, ਤੇਜ਼ੀ ਨਾਲ ਫੈਲਦਾ ਆ ਜਾਂ ਕੀ ਆ। ਇਹਦੇ ਬਾਰੇ ਅਜੇ ਤੱਕ ਵੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ, ਪਰ ਇੰਨੀ ਗੱਲਬਾਤ ਜ਼ਰੂਰ ਸਾਹਮਣੇ ਆਈ ਆ ਕਿ ਇਹ ਵੇਰੀਐਂਟ ਲੱਭ ਲਿਆ ਗਿਆ ਆ, ਇਹਦੀਆਂ ਬਹੁਤ ਸਾਰੀਆਂ ਮਿਊਟੇਸ਼ਨਸ ਹੋ ਚੁੱਕੀਆਂ ਆ, ਤੇ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਇਹ ਕਿੰਨਾ ਕੁ ਖਤਰਨਾਕ ਹੈ। 11 ਲੋਕਾਂ ਦੇ ਵਿੱਚ ਕਹਿੰਦੇ ਲੱਭਿਆ ਇਹ ਫਰਾਂਸ ਦੇ ਵਿੱਚ। ਇਹਨੂੰ ਇੱਦਾਂ ਦੱਸਦੇ ਆ ਕਿ ਇਹ ਜਿਨ੍ਹਾਂ ਨੇ ਇਹਨੂੰ ਲੱਭਿਆ ਆ, ਜਿਹੜਾ ਪ੍ਰੀ ਪ੍ਰਿੰਟ ਦੇ ਵਿੱਚ ਸਾਹਮਣੇ ਆਇਆ ਆ, ਇਹ ਕੋਈ ਇਸ ਕਿਸਮ ਦਾ ਆਥੈਂਟਿਕ ਨਹੀਂ ਹੁੰਦਾ। ਇੱਦਾਂ ਨਹੀਂ ਇਹਨੂੰ ਕਿਹਾ ਜਾ ਸਕਦਾ ਕਿ ਇਹ ਕਿਸੇ ਪ੍ਰਮਾਣਿਕ ਖੋਜ ਪੇਪਰ ਦੇ ਵਿੱਚ ਛਪੀ ਗੱਲ ਆ, ਪਰ ਜੇ ਕੋਈ ਵਿਗਿਆਨੀ ਇਹਨੂੰ ਲੱਭ ਕੇ ਦੱਸ ਰਿਹਾ ਤਾਂ ਹੋ ਸਕਦਾ ਕੱਲ੍ਹ ਉਹਦੀ ਪ੍ਰਮਾਣਿਕਤਾ ਸਿੱਧ ਹੋ ਜਾਵੇ। ਪ੍ਰੀ ਪ੍ਰਿੰਟ ਜਿਹੜਾ ਹੁੰਦਾ ਆ, ਇਹ ਪੀਅਰ ਰਿਵਿਊਡ ਪਬਲੀਕੇਸ਼ਨ ਹੁੰਦੀ ਆ, ਜਿਹਦੇ ਵਿੱਚ ਰੈਪੂਟੇਬਲ ਸਾਇੰਟੀਫਿਕ ਜਰਨਲ ਜਿਹੜਾ ਉਸ ਕਿਸਮ ਦਾ ਇਹ ਨਹੀਂ ਹੁੰਦਾ। ਮਤਲਬ ਇਹ ਉਸੇ ਤਰ੍ਹਾਂ ਜਿੱਦਾਂ YouTube ਦੇ ਉੱਤੇ ਕੋਈ ਵੀ ਬੰਦਾ ਆਪਣਾ ਚੈਨਲ ਸ਼ੁਰੂ ਕਰਕੇ ਕੋਈ ਗੱਲਬਾਤ ਕਰਦਾ, ਉਹਦੇ ਅਰਥ ਵੱਖਰੇ ਹੁੰਦੇ ਆ, ਕੋਈ ਨੈਟਵਰਕ TV ਸ਼ੋਅ ਜਿਹੜਾ ਉਹਦੇ ਅਰਥ ਵੱਖਰੇ ਹੁੰਦੇ। ਪਰ ਕਿਉਂਕਿ ਇਹ ਸਾਹਮਣੇ ਆਇਆ ਆ, ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਇਹਦੇ ਉੱਤੇ ਜਿਹੜੀਆਂ ਦੂਜੀਆਂ ਗੱਲਾਂ ਬਾਤਾਂ ਆ ਉਹ ਸਾਹਮਣੇ ਆ ਜਾਣ। ਇਹਦੀ ਮਿਊਟੇਸ਼ਨ ਬਾਰੇ, ਇਹਦੇ ਨਾਂ ਬਾਰੇ ਇਹ ਗੱਲਾਂ ਬਾਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆ ਸਕਦੀਆਂ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਇਹਦੇ ਉੱਤੇ ਕੀ ਕਹਿੰਦੀ ਆ, ਕੀ ਉਹ ਇਹਦੇ ਬਾਰੇ ਜਿਹੜੇ ਅਫੀਸ਼ੀਅਲ ਉਹ ਦੱਸ ਰਹੇ ਆ, ਉਹ ਕਹਿੰਦੇ ਹਜੇ ਅਸੀਂ ਇਹਨੂੰ ਦੇਖ ਰਹੇ ਹਾਂ, ਅਜੇ ਇਹਦੇ ਬਾਰੇ ਅਸੀਂ ਕੁਝ ਵੀ ਨਹੀਂ ਕਹਿ ਰਹੇ ਕਿ ਇਹ ਸਾਡੇ ਲਈ ਜ਼ਰੂਰੀ ਹੈਗਾ ਆ, ਇਹਦੀਆਂ ਕਿੰਨੀਆਂ ਮਿਊਟੇਸ਼ਨ ਹੋਈਆਂ, ਜਾਂ ਅਸੀਂ ਇਹਦੇ ਉੱਤੇ ਜਿਹੜੀ ਖੋਜ ਕਰਨੀ ਆ ਜਾਂ ਨਹੀਂ ਕਰਨੀ। ਇਹਦੀਆਂ 46 ਮਿਊਟੇਸ਼ਨ ਹੋਈਆਂ, ਤੇ ਇਹਦਾ 46 ਮਿਊਟੇਸ਼ਨ ਹੋਣ ਦਾ ਕੀ ਮਤਲਬ ਆ, ਕਿ ਇਹ ਘੱਟ ਖਤਰਨਾਕ ਆ ਜਾਂ ਇਹ ਜ਼ਿਆਦਾ ਖਤਰਨਾਕ ਆ। ਇਹਦੇ ਬਾਰੇ ਅਜੇ ਤੱਕ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕੋਈ ਵੀ ਟਿੱਪਣੀ ਨਹੀਂ ਕੀਤੀ, ਤੇ ਜਦੋਂ ਉਹ ਕੋਈ ਇਹਦੇ ਉੱਤੇ ਟਿੱਪਣੀ ਕਰਦੇ ਆ, ਉਹਦੇ ਤੋਂ ਬਾਅਦ ਇਹ ਗੱਲਬਾਤ ਜਿਹੜੀ ਆ ਉਹ ਪ੍ਰਮਾਣਿਕ ਹੋਊਗੀ। ਇਹਦੇ ਬਾਰੇ ਪਤਾ ਲੱਗੂਗਾ ਵੀ ਇਹ ਹੈਗੀ ਕਿ ਨਹੀਂ ਹੈਗੀ। ਪਰ ਕਿਉਂਕਿ ਫਰਾਂਸ ਦੇ ਵਿਗਿਆਨੀਆਂ ਨੇ ਲੱਭਿਆ ਆ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹਦੀ ਕੋਈ ਕਲਾਸੀਫਿਕੇਸ਼ਨ ਕਰਕੇ ਇਹਨੂੰ ਵੇਰੀਐਂਟ ਆਫ ਕੰਸਰਨ ਜਾਂ ਕੋਈ ਹੋਰ ਜਿਹੜਾ ਉਹਨਾਂ ਦਾ ਹੈਗਾ ਅਲਫਾ ਕੈਂਟ ਵੇਰੀਐਂਟ, ਬੀਟਾ ਜਾਂ ਦੂਜਾ ਜਿਹੜਾ ਕੋਈ ਵੀ ਉਹਨਾਂ ਦੇ ਵਾਂਗੂ ਇਹਨੂੰ ਕੋਈ ਨਾ ਕੋਈ ਇਹਦਾ ਨੋਮਨਕਲੇਚਰ, ਇਹਦਾ ਨਾਮਕਰਨ ਕਰ ਦਿੱਤਾ ਜਾਵੇ। ਸੋ ਇਹ ਅਜੇ ਤੱਕ ਨਾ ਵੇਰੀਐਂਟ ਆਫ ਇੰਟਰਸਟ ਆ, ਨਾ ਇਹਦੇ ਉੱਤੇ ਕੋਈ ਦੱਸਿਆ ਜਾ ਰਿਹਾ ਕਿ ਕੋਈ ਚਿੰਤਾ ਵਾਲੀ ਇਹ ਗੱਲ ਆ, ਪਰ ਇੱਕ ਕੈਟਾਗਰੀ ਜਿਹੜੀ ਇਹ ਸਾਹਮਣੇ ਆ ਚੁੱਕੀ ਆ, ਵੇਰੀਐਂਟ ਸਾਹਮਣੇ ਆ ਚੁੱਕਿਆ। ਕੀ ਇਸ ਵੇਰੀਐਂਟ ਨੂੰ WHO ਮਾਨਤਾ ਦਿੰਦੀ ਹੈ, ਇਹ ਖਤਰਨਾਕ ਹੁੰਦਾ, ਇਹਦੇ ਤੇ ਖੋਜ ਕਰਨ ਦੀ ਜ਼ਰੂਰਤ ਹੁੰਦੀ ਹੈ ਜਾਂ ਨਹੀਂ, ਇਹ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਸਪਸ਼ਟ ਹੋਵੇਗੀ। ਉਧਰ ਇੱਕ ਪਾਸੇ ਵਾਇਰਸ ਦਾ ਪ੍ਰਕੋਪ ਹੈ ਤਾਂ ਦੂਜੇ ਪਾਸੇ ਬਰਫ਼ਬਾਰੀ ਲਗਾਤਾਰ ਹੋਣਾ ਵੀ ਇੱਕ ਵੱਡੀ ਸਮੱਸਿਆ ਬਣ ਚੁੱਕਾ ਹੈ। ਵੈਨਕੂਵਰ ਦੇ ਵਿੱਚ ਬਰਫ਼ਬਾਰੀ ਕਾਰਨ ਕਈ ਬੱਸਾਂ ਦੇਰੀ ਦੇ ਨਾਲ ਚੱਲੀਆਂ, ਕਈ ਬੱਸਾਂ ਦੇ ਵਿੱਚ 4 ਘੰਟਿਆਂ ਦੀ ਦੇਰੀ ਦਰਜ ਕੀਤੀ ਗਈ। ਜਦੋਂ ਸ਼ਾਮ ਟਲੀ ਤਾਂ ਬੱਸਾਂ ਬੈਕਅਪ ਕਰ ਰਹੀਆਂ ਸਨ। ਕਈ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਿਟੀ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੜਕਾਂ ਨੂੰ ਜਿਹੜਾ ਨਾਲ ਦੀ ਨਾਲ ਸਾਫ਼ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਕਈ ਥਾਵਾਂ ਤੇ ਬਰਫ਼ਬਾਰੀ ਦੇ ਕਰਕੇ ਲੋਕਾਂ ਨੂੰ ਵਹੀਕਲ ਧਿਆਨ ਨਾਲ ਚਲਾਉਣ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਮੰਗਲਵਾਰ ਦੁਪਹਿਰ ਨੂੰ ਹੋਈ ਬਰਫ਼ਬਾਰੀ ਦੇ ਨਤੀਜੇ ਕਾਰਨ ਸੜਕਾਂ ਤੇ ਤਿਲਕਣ ਵੱਧ ਗਈ ਹੈ, ਜਿਸ ਕਾਰਨ ਵੈਨਕੂਵਰ ਦੇ ਕਈ ਮੁੱਖ ਬੱਸ ਰੂਟਾਂ ਤੇ ਯਾਤਰੀਆਂ ਦੇ ਲਈ ਘੰਟਿਆਂ ਦੀ ਲੰਬੀ ਦੇਰੀ ਹੋਈ।
ਟਰਾਂਸਲਿਕ ਤੇ ਬੁਲਾਰੇ ਦਾ ਕਹਿਣਾ ਹੈ ਕਿ ਉਹ ਸਮਝਦੇ ਨੇ ਕਿ ਡਾਊਨਟਾਊਨ ਤੋਂ ਬੱਸਾਂ ਲੈ ਰਹੇ ਲੋਕਾਂ ਦੀ ਦੁਪਹਿਰ ਨਿਰਾਸ਼ਾਜਨਕ ਸੀ ਤੇ ਆਪਰੇਸ਼ਨ ਟੀਮ ਟ੍ਰਾਂਜ਼ਿਟ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਵਿੱਚ ਵੈਨਕੂਵਰ ਸਿਟੀ ਦੇ ਨਾਲ ਸੰਪਰਕ ਵਿੱਚ ਸੀ। ਉਹਨਾਂ ਕਿਹਾ ਕਿ ਅਸੀਂ ਵੈਨਕੂਵਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਵੇਖੀਆਂ ਨੇ। ਸੜਕਾਂ ਦੇ ਕਾਰਨ ਇਹ ਖਾਸ ਚੁਣੌਤੀਪੂਰਨ ਸੀ, ਇਸ ਲਈ ਅਸੀਂ ਸੜਕਾਂ ਨੂੰ ਸਾਫ਼ ਕਰਨ ਦੇ ਲਈ ਵੈਨਕੂਵਰ ਸਿਟੀ ਦੇ ਸੰਪਰਕ ਵਿੱਚ ਹਾਂ ਤਾਂ ਜੋ ਅਸੀਂ ਆਪਣੀਆਂ ਬੱਸਾਂ ਨੂੰ ਚਲਾ ਸਕੀਏ ਤੇ ਲੋਕਾਂ ਨੂੰ ਉੱਥੇ ਪਹੁੰਚਾ ਸਕੀਏ ਜਿੱਥੇ ਉਹਨਾਂ ਨੇ ਜਾਣਾ ਹੈ। ਅਸੀਂ ਸੜਕ ਤੇ ਖੜਨ ਤੇ ਸਾਫ਼ ਕਰਨ ਦੇ ਲਈ ਅਸਲ ਵਿੱਚ ਮਿਊਨਿਸਪੈਲਿਟੀਆਂ ਤੇ ਭਰੋਸਾ ਕਰਦੇ ਹਾਂ ਤਾਂ ਜੋ ਅਸੀਂ ਆਪਣੀਆਂ ਬੱਸਾਂ ਨੂੰ ਚੱਲਦਾ ਰੱਖ ਸਕੀਏ। ਗ੍ਰੈਨਵਿਲ ਸਟਰੀਟ ਬ੍ਰਿਜ ਕੁਝ ਸਮੇਂ ਲਈ ਰੁਕਿਆ ਹੋਇਆ ਸੀ। ਜਦੋਂ ਸ਼ਾਮ ਹੋ ਗਈ ਤਾਂ ਦਰਜਨਾਂ ਬੱਸਾਂ ਬੈਕਅਪ ਕਰ ਗਈਆਂ। ਟਰਾਂਸਲਿਕ ਇਹਨਾਂ ਦੇ ਵਿੱਚੋਂ ਕਈ ਰੂਟਾਂ ਤੇ ਲਗਭਗ 4 ਘੰਟਿਆਂ ਦੀ ਦੇਰੀ ਦੀ ਰਿਪੋਰਟ ਕਰ ਰਿਹਾ ਸੀ। ਜਦੋਂ ਹਾਲਾਤ ਜਿਹੜੇ ਨੇ ਉਹ ਸਹੀ ਹੁੰਦੇ ਨੇ ਤਾਂ ਇਹ ਬਹੁਤ ਬਰਫੀਲੀ ਹੋ ਜਾਂਦੀ ਹੈ। ਉਹਨਾਂ ਕਿਹਾ ਸਾਡੀ ਬੱਸ ਸੇਵਾ ਉਨੀ ਹੀ ਭਰੋਸੇਮੰਦ ਹੈ ਜਿੰਨੀ ਸੜਕਾਂ ਸਾਫ਼ ਨੇ। ਅਸੀਂ ਇਹ ਯਕੀਨੀ ਬਣਾਉਣ ਦੇ ਲਈ ਮਿਊਨਿਸਪੈਲਿਟੀਆਂ ਦੇ ਨਾਲ ਕੰਮ ਕਰਦੇ ਹਾਂ ਕਿ ਉਹ ਉਹਨਾਂ ਰੂਟਾਂ ਨੂੰ ਸਾਫ਼ ਕਰਦੇ ਹਨ ਜੋ ਬੱਸਾਂ ਦੁਆਰਾ ਸਭ ਤੋਂ ਵੱਧ ਰੂਟਾਂ ਨੂੰ ਤਰਜੀਹ ਦੇ ਸਕਣ। ਅਸੀਂ ਸੱਚਮੁੱਚ ਇਹ ਯਕੀਨੀ ਬਣਾਉਣ ਦੇ ਲਈ ਮਿਊਨਿਸਪੈਲਿਟੀਆਂ ਨਾਲ ਕੰਮ ਕਰਦੇ ਹਾਂ ਤਾਂ ਜੋ ਅਸੀਂ ਆਪਣੀਆਂ ਬੱਸਾਂ ਚਾਲੂ ਰੱਖ ਸਕੀਏ। ਬੱਸ ਰੂਟ ਜਿਹੜਾ ਉਹ ਡਾਊਨਟਾਊਨ ਵਿੱਚ ਸੇਵਾ ਕਰਦੇ ਨੇ ਤੇ ਗ੍ਰੈਨਵਿਲ ਸਟਰੀਟ ਬ੍ਰਿਜ ਤੇ ਨਿਰਭਰ ਕਰਦੇ ਨੇ। ਸਭ ਤੋਂ ਲੰਬੀ ਦੇਰੀ ਦੀ ਉੱਥੇ ਰਿਪੋਰਟ ਦਰਜ ਕੀਤੀ ਗਈ। ਕੁਝ 4 ਘੰਟਿਆਂ ਦੀ ਦੇਰੀ ਵੱਧ ਦਰਜ ਕੀਤੀ ਗਈ। ਕੈਂਬੀ ਸਟਰੀਟ ਬ੍ਰਿਜ ਨੇ ਮਹੱਤਵਪੂਰਨ ਟ੍ਰੈਫਿਕ ਬੈਕਅਪ ਵੀ ਦੇਖਿਆ। ਹੋਰ ਵਿਅਸਤ ਰੂਟਾਂ ਬ੍ਰੌਡਵੇ ਤੇ ਮੇਨ ਸਟਰੀਟ ਸਮੇਤ ਵੀ ਸੜਕ ਦੀ ਸਥਿਤੀ ਦੇ ਕਾਰਨ ਬੱਸਾਂ ਦੇ ਫਸਣ ਜਾਂ ਬਾਹਰ ਘੁੰਮਣ ਦੇ ਕਾਰਨ ਵੱਡੀਆਂ ਦੇਰੀਆਂ ਹੋਈਆਂ। ਲਵਗ੍ਰੀਨ ਦਾ ਕਹਿਣਾ ਹੈ ਕਿ ਸਰੀ ਤੇ ਉੱਤਰੀ ਵੈਨਕੂਵਰ ਦੇ ਵਿੱਚ ਵੀ ਕਈ ਮੁੱਦਿਆਂ ਦੀ ਰਿਪੋਰਟ ਕੀਤੀ ਗਈ ਹੈ। ਲਵਗ੍ਰੀਨ ਦੇ ਮੁਤਾਬਕ ਸਰੀ ਤੇ ਉੱਤਰੀ ਵੈਨਕੂਵਰ ਦੇ ਵਿੱਚ ਇਹ ਰਿਪੋਰਟ ਜਦੋਂ ਹੋਈ ਪਰ ਬਰਨਬੀ ਮਾਊਂਟੇਨ ਜਾਂ ਕੋਕਿਟਲਮ ਤੇ ਵੈਸਟਵੁੱਡ ਦੇ ਵਿੱਚ ਰੂਟਾਂ ਨਾਲ ਕੋਈ ਮਹੱਤਵਪੂਰਨ ਸਮੱਸਿਆ ਨਹੀਂ ਆਈ। ਇਹ ਪੁੱਛੇ ਜਾਣ ਤੇ ਕਿ ਕੀ ਵੈਨਕੂਵਰ ਦੇ ਵਿੱਚ ਬਰਫ਼ ਸਾਫ਼ ਕਰਨ ਦੇ ਵਿੱਚ ਕੋਈ ਚੁਣੌਤੀਆਂ ਵੀ ਆਈਆਂ ਤਾਂ ਸਿਟੀ ਨੇ ਕਿਹਾ ਕਿ ਚਾਲਕ ਦਲ 24 ਘੰਟੇ ਕੰਮ ਕਰ ਰਹੇ ਨੇ ਤੇ ਟਰਾਂਸਲਿਕ ਤੇ ਹੋਰ ਸਮੱਸਿਆਵਾਂ ਵਾਲੇ ਖੇਤਰਾਂ ਦੇ ਵਿੱਚ ਉਹਨਾਂ ਨੂੰ ਭੇਜਿਆ ਜਾਂਦਾ ਹੈ। ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਕੁਝ ਸੜਕਾਂ ਬਰਫੀਲੀਆਂ ਤੇ ਤਿਲਕਣ ਵਾਲੀਆਂ ਹੋ ਸਕਦੀਆਂ ਨੇ, ਸੋ ਸਾਰੇ ਵਸਨੀਕਾਂ ਨੂੰ ਗੱਡੀਆਂ ਹੌਲੀ ਚਲਾਉਣ ਦੀ ਤਾਕੀਦ ਕੀਤੀ ਜਾਂਦੀ ਹੈ। ਬਰਫ਼ ਦੇ ਇਲਾਜ ਲਈ ਤਰਜੀਹੀ ਰੂਟਾਂ ਦੇ ਵਿੱਚ ਮੁੱਖ ਸੜਕਾਂ, ਬੱਸ ਰੂਟ, ਪੁਲ, ਸਾਡੇ 4 ਮੁੱਖ ਮਾਰਗ ਸ਼ਾਮਿਲ ਨੇ। ਅੰਦਾਜ਼ੇ ਮੁਤਾਬਕ ਵਧੇਰੇ ਬਰਫ਼ਬਾਰੀ ਨਾਲ ਲਵਗ੍ਰੀਨ ਨੇ ਸੁਝਾਅ ਦਿੱਤਾ ਹੈ ਕਿ ਕੋਈ ਵੀ ਜੋ ਆਵਾਜਾਈ ਤੇ ਨਿਰਭਰ ਕਰਦਾ ਹੈ ਆਪਣੇ ਆਪ ਨੂੰ ਬਹੁਤ ਸਾਰਾ ਵਾਧੂ ਸਮਾਂ ਦੇਣਾ ਚਾਹੀਦਾ ਹੈ ਤੇ ਆਪਣੇ ਰੂਟ ਤੇ ਪਹਿਲਾਂ ਤੋਂ ਸਥਿਤੀਆਂ ਦੀ ਜਾਂਚ ਕਰਨੀ ਚਾਹੀਦੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਇਸੇ ਲਈ ਇਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਇਸ ਹਫ਼ਤੇ ਲੋਅਰ ਮੇਨਲੈਂਡ ਦੇ ਵਿੱਚ ਹੋਣ ਵਾਲੀ ਭਾਰੀ ਬਰਫ਼ਬਾਰੀ ਦੇ ਵਿਚਾਲੇ ਇਲਾਕੇ ਦੇ ਲੋਕਾਂ ਨੂੰ ਗੈਰ ਜ਼ਰੂਰੀ ਯਾਤਰਾ ਤੋਂ ਬਚਾਅ ਕਰਨਾ ਚਾਹੀਦਾ ਹੈ। ਲਗਭਗ ਸਾਰੇ ਸੂਬੇ ਦੇ ਲਈ ਵਿੰਟਰ ਸਟੋਰਮ ਚੇਤਾਵਨੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੋਈ ਬਰਫ਼ਬਾਰੀ ਨੇ ਵੀ ਇਲਾਕੇ ਦੇ ਵਿੱਚ ਆਵਾਜਾਈ ਦੇ ਵਿੱਚ ਅੜਿੱਕੇ ਪੇਸ਼ ਕੀਤੇ ਨੇ। ਸੈਂਟਰਲ ਅਤੇ ਦੱਖਣੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਭਾਰੀ ਬਰਫ਼ਬਾਰੀ ਹੋਣ ਜਾ ਰਹੀ ਹੈ। ਕਈ ਇਲਾਕਿਆਂ ਦੇ ਵਿੱਚ 30 ਸੈਂਟੀਮੀਟਰ ਤੱਕ ਬਰਫ਼ਬਾਰੀ ਦਾ ਜਿਹੜਾ ਉਹ ਅਨੁਮਾਨ ਲਗਾਇਆ ਜਾ ਰਿਹਾ ਹੈ। ਦੇਰ ਸ਼ਾਮ ਅੱਜ ਦੀ ਜੇ ਗੱਲ ਕੀਤੀ ਜਾਏ ਤਾਂ ਬਰਫ਼ਬਾਰੀ ਸ਼ੁਰੂ ਹੋ ਕੇ ਕੱਲ੍ਹ ਸਵੇਰ ਤੱਕ ਜਿਹੜੀ ਹੈ ਉਹ ਜਾਰੀ ਰਹਿ ਸਕਦੀ ਹੈ। ਫਰੇਜ਼ਰ ਵੈਲੀ ਈਸਟ ਦੇ ਇਲਾਕੇ ਦੇ ਵਿੱਚ ਬਰਫੀਲੀ ਬਾਰਿਸ਼ ਦਾ ਵੀ ਅਨੁਮਾਨ ਕੀਤਾ ਗਿਆ ਹੈ, ਜਿਸ ਦੇ ਨਾਲ ਸੜਕਾਂ ਦੇ ਉੱਤੇ ਬੜੀਆਂ ਚੁਣੌਤੀਪੂਰਨ ਪਰਿਸਥਿਤੀਆਂ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ। ਦੱਖਣੀ ਇੰਟੀਰੀਅਰ ਦੇ ਪਹਾੜੀ ਇਲਾਕਿਆਂ ਦੇ ਵਿੱਚ ਰਸਤਿਆਂ ਤੇ 40 ਸੈਂਟੀਮੀਟਰ ਤੱਕ ਬਰਫ਼ ਦੀ ਚਾਦਰ ਜਿਹੜੀ ਹੈ ਉਹ ਵਿਛਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ C2 ਸਕਾਈ ਹਾਈਵੇ ਅਤੇ ਜਿਹੜਾ ਮਲਹਾਟ ਹਾਈਵੇ ਦੇ ਵਿੱਚ ਭਾਰੀ ਬਰਫ਼ਬਾਰੀ ਦਾ ਅਨੁਮਾਨ ਹੈ। ਉੱਤਰੀ ਅਤੇ ਉੱਤਰ ਪੂਰਬੀ BC ਦੇ ਲਈ ਵੀ ਬੇਹੱਦ ਠੰਡੇ ਤਾਪਮਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਰੀਅਲ ਏਸਟੇਟ ਬੋਰਡ ਆਫ ਗ੍ਰੇਟਰ ਵੈਨਕੂਵਰ ਦਾ ਕਹਿਣਾ ਹੈ ਕਿ ਮੈਟਰੋ ਵੈਨਕੂਵਰ ਦੇ ਵਿੱਚ ਘਰਾਂ ਦੀ ਵਿਕਰੀ ਨੇ ਬੀਤੇ ਸਾਲ ਸਾਰੇ ਰਿਕਾਰਡ ਤੋੜ ਦਿੱਤੇ ਨੇ। ਬੋਰਡ ਦਾ ਕਹਿਣਾ ਹੈ ਕਿ ਸਾਲ 2021 ਦੇ ਵਿੱਚ ਘਰਾਂ ਦੀ ਵਿਕਰੀ ਦੇ ਵਿੱਚ 42.2% ਦਾ ਜਿਹੜਾ ਉਹ ਵਾਧਾ ਦੇਖਣ ਨੂੰ ਮਿਲਿਆ। ਸਾਲ 2020 ਦੇ ਵਿੱਚ 30,944 ਘਰਾਂ ਦੀ ਵਿਕਰੀ ਦੇ ਮੁਕਾਬਲੇ ਬੀਤੇ ਸਾਲ ਵਿਕਰੀਆਂ ਦਾ ਅੰਕੜਾ 43,999 ਤੱਕ ਪਹੁੰਚ ਗਿਆ। ਇਸ ਤੋਂ ਪਹਿਲਾਂ ਦਾ ਰਿਕਾਰਡ ਸਾਲ 2015 ਦੇ ਵਿੱਚ ਸਥਾਪਿਤ ਹੋਇਆ ਸੀ ਜਦ ਵਿਕਰੀਆਂ ਦੀ ਗਿਣਤੀ 42,326 ਦੱਸੀ ਗਈ ਸੀ। ਇਕੱਲੇ ਦਸੰਬਰ ਦੇ ਮਹੀਨੇ ਦੇ ਵਿੱਚ ਵਿਕਰੀਆਂ ਦੀ ਗਿਣਤੀ 2,668 ਦੱਸੀ ਗਈ ਹੈ। ਹਾਲਾਂਕਿ ਦਸੰਬਰ 2020 ਦੇ ਵਿੱਚ 3,093 ਵਿਕਰੀਆਂ ਦਰਜ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਨਵੰਬਰ 2021 ਦੇ ਵਿੱਚ 3,428 ਵਿਕਰੀਆਂ ਰਿਪੋਰਟ ਹੋਈਆਂ ਸਨ। ਸਾਲ 2020 ਦੀ ਕੀਮਤ ਦੇ ਮੁਕਾਬਲੇ ਸਾਰੀਆਂ ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਦੀ ਬੈਂਚਮਾਰਕ ਕੀਮਤ ਦੇ ਵਿੱਚ 17.3% ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਔਸਤਨ ਕੀਮਤ ਜਿਹੜੀ ਹੈ ਉਹ $1.23 ਮਿਲੀਅਨ ਤੱਕ ਪਹੁੰਚ ਗਈ ਹੈ। ਦਸੰਬਰ 2021 ਦੇ ਵਿੱਚ ਡਿਟੈਚਡ ਘਰਾਂ ਦੀ ਵਿਕਰੀ ਦਾ ਅੰਕੜਾ 794 ਦੱਸਿਆ ਗਿਆ, ਜੋ ਕਿ ਸਾਲ 2020 ਦੇ ਦਸੰਬਰ ਮਹੀਨੇ ਦੀ 1,026 ਵਿਕਰੀਆਂ ਦੇ ਮੁਕਾਬਲੇ ਕਾਫੀ ਘੱਟ ਸੀ। ਫਿਲਹਾਲ ਰੁਕਦੇ ਕੁਝ ਛੋਟੇ ਜਿਹੇ ਬ੍ਰੇਕ ਦੇ ਲਈ ਜਲਦ ਹਾਜ਼ਰ ਹੋਣੇ ਆ ਕੁਝ ਖਾਸ ਖਬਰਾਂ ਦੇ ਨਾਲ।
ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਕਹਿੰਦੇ ਨੇ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ। ਇਹ ਗੱਲ ਵਾਕਈ ਹੀ ਸਾਬਿਤ ਕਰ ਦਿੱਤੀ ਬ੍ਰਿਟਿਸ਼ ਸਿੱਖ ਮਹਿਲਾ ਫੌਜੀ ਕੈਪਟਨ ਹਰਪ੍ਰੀਤ ਚੰਦੀ ਨੇ, ਜਿਸ ਨੇ ਦੱਖਣੀ ਧਰੁਵ ਤੇ ਬਿਨਾਂ ਕਿਸੇ ਦੇ ਸਮਰਥਨ ਦੇ ਇਕੱਲੀ ਨੇ ਗੈਰ ਗੋਰੀ ਮਹਿਲਾ ਵਜੋਂ ਆਪਣਾ ਰਿਕਾਰਡ ਤੋੜਿਆ। 32 ਸਾਲਾ ਇਸ ਕੁੜੀ ਨੇ 40 ਦਿਨ ਦੀ ਯਾਤਰਾ ਨੂੰ ਬਖੂਬੀ ਬਿਆਨ ਕੀਤਾ ਤੇ ਇੰਸਟਾਗ੍ਰਾਮ ਤੇ ਆਪਣੀ ਸਟੋਰੀ ਸਾਂਝੀ ਕੀਤੀ। ਆਓ ਜਾਣਦੇ ਹਾਂ ਪੋਲਰਪ੍ਰੀਤ ਬਾਰੇ ਹੋਰ ਕੁਝ ਰੋਮਾਂਚਕ ਗੱਲਾਂ। ਬ੍ਰਿਟਿਸ਼ ਫੌਜ ਦੇ ਵਿੱਚ ਭਾਰਤੀ ਮੂਲ ਦੀ ਸਿੱਖ ਮਹਿਲਾ ਫੌਜੀ ਅਧਿਕਾਰੀ ਅਤੇ ਫਿਜ਼ੀਓਥੈਰੇਪਿਸਟ ਕੈਪਟਨ ਹਰਪ੍ਰੀਤ ਚੰਦੀ ਨੇ ਦੱਖਣੀ ਧਰੁਵ ਦੇ ਬਿਨਾਂ ਸਮਰਥਨ ਦੇ ਇਕੱਲੇ ਯਾਤਰਾ ਕਰਕੇ ਪਹਿਲੀ ਗੈਰ ਗੋਰੀ ਮਹਿਲਾ ਬਣ ਕੇ ਇਤਿਹਾਸ ਰਚ ਦਿੱਤਾ ਹੈ। ਪੋਲਰਪ੍ਰੀਤ ਨਾਮ ਤੋਂ ਹੀ ਜਾਣੀ ਜਾਣ ਵਾਲੀ ਚੰਦੀ ਨੇ ਆਪਣੇ ਲਾਈਵ ਬਲੌਗ ਤੇ ਬੀਤੇ ਦਿਨ 40ਵੇਂ ਦਿਨ ਦੇ ਅੰਤ ਤੇ 700 ਮੀਲ ਯਾਨੀ 1127 ਕਿਲੋਮੀਟਰ ਦੀ ਯਾਤਰਾ ਕਰਨ ਦੇ ਬਾਅਦ ਆਪਣੀ ਸਾਰੀ ਜਿਹੜੀ ਉਸ ਕਿੱਟ ਦੇ ਨਾਲ ਸਲੇਸ਼ ਯਾਨੀ ਪੁਲ ਖਿੱਚਦੇ ਹੋਏ ਅਤੇ 0 ਤੋਂ 50 ਡਿਗਰੀ ਹੇਠਾਂ ਦੇ ਤਾਪਮਾਨ ਤੇ ਲਗਭਗ 60 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਨਾਲ ਲੜਦੇ ਹੋਏ ਇਤਿਹਾਸ ਰਚਣ ਦਾ ਐਲਾਨ ਕੀਤਾ। ਉਹਨਾਂ ਲਿਖਿਆ, ਮੈਂ ਦੱਖਣੀ ਧਰੁਵ ਤੇ ਪਹੁੰਚ ਗਈ ਹਾਂ ਜਿੱਥੇ ਬਰਫ਼ਬਾਰੀ ਹੋ ਰਹੀ ਹੈ। ਹਾਲੇ ਮਨ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਚੱਲ ਰਹੀਆਂ ਨੇ। ਮੈਂ 3 ਸਾਲ ਪਹਿਲਾਂ ਧਰੁਵਾਂ ਦੀ ਦੁਨੀਆ ਬਾਰੇ ਕੁਝ ਨਹੀਂ ਜਾਣਦੀ ਸੀ ਅਤੇ ਅੰਤ ਵਿੱਚ ਇੱਥੇ ਪਹੁੰਚਣਾ ਕਿੰਨਾ ਸੱਚਾ ਲੱਗਦਾ ਹੈ। ਇੱਥੇ ਪਹੁੰਚਣਾ ਮੁਸ਼ਕਿਲ ਸੀ ਤੇ ਮੈਂ ਸਾਰਿਆਂ ਦੇ ਸਮਰਥਨ ਦੇ ਲਈ ਧੰਨਵਾਦ ਦੇਣਾ ਚਾਹੁੰਦੀ ਹਾਂ। ਚੰਦੀ ਨੇ ਕਿਹਾ ਕਿ ਇਹ ਮੁਹਿੰਮ ਹਮੇਸ਼ਾ ਮੇਰੇ ਤੋਂ ਕਿਤੇ ਵੱਧ ਸੀ। ਮੈਂ ਲੋਕਾਂ ਨੂੰ ਆਪਣੀਆਂ ਇੱਛਾਵਾਂ ਨੂੰ ਅੱਗੇ ਵਧਾਉਣ ਤੇ ਖੁਦ ਤੇ ਭਰੋਸਾ ਕਰਨ ਦੇ ਲਈ ਉਤਸ਼ਾਹਿਤ ਕਰਨਾ ਚਾਹੁੰਦੀ ਹਾਂ। ਮੈਨੂੰ ਕਈ ਮੌਕਿਆਂ ਤੇ ਨਾ ਕਿਹਾ ਗਿਆ ਅਤੇ ਕਿਹਾ ਗਿਆ ਕਿ ਬਸ ਆਮ ਜਿਹੇ ਕੰਮ ਕਰੋ, ਪਰ ਅਸੀਂ ਆਪਣੇ ਆਮ ਕੰਮ ਨੂੰ ਖਾਸ ਬਣਾਉਂਦੇ ਹਾਂ। ਉਹਨਾਂ ਨੇ ਆਪਣੀ ਯਾਤਰਾ ਦਾ ਲਾਈਵ ਟਰੈਕਿੰਗ ਨਕਸ਼ਾ ਅਪਲੋਡ ਕੀਤਾ ਤੇ ਬਰਫ਼ ਦੇ ਨਾਲ ਢਕੇ ਖੇਤਰ ਦੇ ਵਿੱਚ ਆਪਣੀ ਯਾਤਰਾ ਦੇ ਨਿਯਮਤ ਬਲੌਗ ਵੀ ਪੋਸਟ ਕੀਤੇ। ਚੰਦੀ ਨੇ ਆਪਣੇ ਬਲੌਗ ਤੇ ਪਹਿਲਾਂ ਕਿਹਾ ਸੀ ਕਿ ਐਟਲਾਂਟਿਕਾ ਧਰਤੀ ਦਾ ਸਭ ਤੋਂ ਠੰਡਾ, ਸਭ ਤੋਂ ਉੱਚਾ, ਸਭ ਤੋਂ ਸੁੱਕਾ ਤੇ ਹਵਾ ਵਾਲਾ ਮਹਾਦੀਪ ਹੈ। ਬ੍ਰਿਟਿਸ਼ ਫੌਜ ਦੇ ਚੀਫ ਆਫ ਜਨਰਲ ਸਟਾਫ ਨੇ ਚੰਦੀ ਨੂੰ ਉਸਦੀ ਯਾਤਰਾ ਦੇ ਪੂਰਾ ਹੋਣ ਤੇ ਵਧਾਈ ਦਿੱਤੀ ਤੇ ਨਾਲ ਹੀ ਧੀਰਜ ਤੇ ਦ੍ਰਿੜਤਾ ਦੀ ਇੱਕ ਪ੍ਰੇਰਨਾਦਾਇਕ ਉਦਾਹਰਨ ਵਜੋਂ ਉਸਦੀ ਪ੍ਰਸ਼ੰਸਾ ਕੀਤੀ ਗਈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਜੀ। ਇੱਕ ਖਬਰ ਆ ਰਹੀ ਹੈ, ਇੱਥੇ ਐਡਮਿੰਟਨ ਤੋਂ ਕੋਈ 200 ਕਿਲੋਮੀਟਰ ਨਾਰਥ ਈਸਟ ਦੇ ਵਿੱਚ ਇੱਕ ਟਾਊਨ ਆ ਸੇਂਟ ਪੌਲ। ਉੱਥੇ ਨਵੇਂ ਸਾਲ ਦੀ ਗੱਲ ਹੈ ਕਿ ਰਾਤ ਨੂੰ ਜਦੋਂ ਨਵਾਂ ਸਾਲ ਚੜ੍ਹਨਾ ਸੀਗਾ, ਉਸ ਵੇਲੇ ਕੁਝ ਉੱਥੇ ਜਿਹੜੇ ਟੀਨਏਜਰ ਸੀਗੇ, ਜਦੋਂ ਉਹ ਕਾਊਂਟਡਾਊਨ ਹੋ ਰਿਹਾ ਤੇ ਉੱਥੇ ਉਹ ਨਸਲੀ ਵਿਤਕਰੇ ਵਾਲੀਆਂ ਗਾਲਾਂ ਲੋਕਾਂ ਨੂੰ ਕੱਢ ਰਹੇ ਸੀਗੇ, ਕਾਲੇ ਲੋਕਾਂ ਨੂੰ, ਕਾਲੇ ਮੂਲ ਦੇ ਲੋਕਾਂ ਨੂੰ। ਅਤੇ ਉਹ ਔਰ ਦੂਸਰੇ ਜਿਹੜਾ ਬੰਦਾ ਉੱਥੇ ਰਿਕਾਰਡਿੰਗ ਕਰ ਰਿਹਾ ਸੀ, ਉਹਦੇ ਵਿੱਚ ਹਾਸਾ ਵੀ ਸੁਣਾਈ ਦੇ ਰਿਹਾ। ਉਹ ਜਿਹੜੀ ਵੀਡੀਓ ਉਹਨਾਂ ਨੇ ਉਸ ਰਾਤ ਬਣਾਈ ਜੀ, ਤੇ ਉਹ ਚੱਕ ਕੇ ਉਹਨਾਂ ਨੇ ਨੈੱਟ ਦੇ ਉੱਤੇ ਪਾ ਦਿੱਤੀ। ਜਦੋਂ ਸੋਸ਼ਲ ਮੀਡੀਆ 'ਤੇ ਪਾਈ ਆ ਤੇ ਉਹਨਾਂ 'ਚੋਂ ਹੀ ਕੋਈ ਇੱਕ ਵਿਅਕਤੀ ਸੀ ਜਾਂ ਦੋ ਵਿਅਕਤੀ ਸੀ ਜਿਨ੍ਹਾਂ ਨੂੰ ਉਹ ਗੱਲ ਚੰਗੀ ਨਹੀਂ ਲੱਗੀ। ਉਹਨਾਂ ਜਾ ਕੇ ਪੁਲਿਸ ਕੋਲ ਸ਼ਿਕਾਇਤ ਕੀਤੀ ਤੇ ਹੁਣ RCMP ਨੇ ਉਹ ਵੀਡੀਓਜ਼ ਤੇ ਉੱਥੋਂ ਟੇਕ ਡਾਊਨ ਕਰ ਦਿੱਤੀਆਂ ਜੀ, ਲਾ ਦਿੱਤੀਆਂ ਗਈਆਂ ਨੇ। ਹੁਣ ਉਹ ਇਸ ਗੱਲ ਦੀ ਛਾਣਬੀਣ ਕਰ ਰਿਹਾ ਆ ਵੀ ਇਹ ਜਿਹੜੇ ਵਿਅਕਤੀ ਨੇ, ਜਿਹੜੇ ਟੀਨਏਜਰ ਆ, ਇਹਨਾਂ 'ਤੇ ਨਸਲੀ ਜਿਹੜਾ ਭੇਦਭਾਵ ਆ ਉਹਨੂੰ ਫੈਲਾਉਣ ਦੇ ਚਾਰਜਸ ਜਿਹੜੇ ਆ ਲਾਏ ਜਾਣ ਕਿ ਨਾ ਲਾਏ ਜਾਣ। ਇਹਦੀ RCMP ਵਾਲੇ ਇਨਵੈਸਟੀਗੇਸ਼ਨ ਕਰ ਰਿਹਾ। ਬੜੀ ਮੰਦਭਾਗੀ ਗੱਲ ਹੈ ਜੀ ਕਿ ਨਵਾਂ ਸਾਲ ਚੜ੍ਹ ਰਿਹਾ ਔਰ ਉੱਥੇ ਇਹ ਜਿਹੜੀ ਟੀਨਏਜਰਸ ਨੇ, 13 ਸਾਲ ਤੋਂ ਲੈ ਕੇ 19 ਸਾਲ ਦੀ ਉਮਰ ਦੇ ਵਿਅਕਤੀ, ਉਹ ਇਸ ਤਰ੍ਹਾਂ ਦੇ ਕੰਮ ਕਰਦੇ ਹੋਣ। ਔਰ ਉੱਥੋਂ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਨੇ ਇਹ ਗੱਲ ਕਹੀ ਹੈ ਵੀ ਬੜੀ ਮਾੜੀ ਗੱਲ ਹੈ ਜਿਹੜਾ ਇਹ ਗੱਲ ਇਸ ਤਰ੍ਹਾਂ ਹੋਈ ਆ, ਵੀ ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਖੈਰ, ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਉਹਨਾਂ 'ਤੇ ਚਾਰਜਸ ਲੱਗਦੇ ਜਾਂ ਹੋਰ ਕੋਈ ਗੱਲਬਾਤ ਜਿਹੜੀ ਆ ਉਹਨਾਂ ਨੂੰ ਡਿਸਿਪਲਿਨ ਕਰਨ ਲਈ ਕੀਤੀ ਜਾਂਦੀ ਹੈ। ਔਰ ਦੂਸਰੀ ਖਬਰ ਇਹ ਹੈ ਜੀ ਕਿ ਓਮੀਕਰੋਨ ਜਿਹੜਾ COVID-19 ਦਾ ਵੇਰੀਐਂਟ ਆ, ਉਹਦਾ ਕਰਕੇ ਕੇਸ ਬੜੇ ਵੱਧ ਰਹੇ ਨੇ। ਯਾਨੀ ਕਿ ਜਦੋਂ ਪਿਛਲੇ ਸਾਲ ਦਾ ਐਂਡ ਹੋ ਰਿਹਾ ਸੀ ਤੇ ਜੇਸਨ ਕੈਨੀ ਹੋਰੀ ਸਾਡੇ ਪ੍ਰੀਮੀਅਰ ਜਿਹੜੇ ਨੇ, ਉਹਨਾਂ ਨੇ ਗੱਲ ਕਹੀ ਸੀਗੀ ਵੀ ਸਾਨੂੰ ਜਿਹੜੀ ਟੈਸਟਿੰਗ ਹੈਗੀ ਆ, ਰੈਪਿਡ ਟੈਸਟਿੰਗ, ਉਹਦੀਆਂ ਕਿਟਸ ਲੈ ਲੈਣੀਆਂ ਚਾਹੀਦੀਆਂ। ਜੇ ਕੋਈ ਵਿਅਕਤੀ ਮਹਿਸੂਸ ਕਰਦਾ ਤੇ ਉਹ ਰੈਪਿਡ ਟੈਸਟ ਵਾਲੇ ਜਿਹੜੇ ਆ ਟੈਸਟ ਕਰਕੇ ਦੇਖ ਲੈ।
ਤੇ PCR ਟੈਸਟ ਜਿਹੜੇ ਸੀਗੇ ਜੀ ਹਸਪੀਟਲ ਜਿਹੜੇ ਕੀਤੇ ਜਾਂਦੇ ਸੀ ਜਾਂ ਬਾਹਰ ਲੈਬ ਦੇ ਵਿੱਚ ਕੀਤੇ ਜਾਂਦੇ ਸੀ ਵੀ ਉਹ ਨਹੀਂ ਕਰਵਾਉਣ ਦੀ ਲੋੜ। ਪਰ ਹੁਣ ਜਿਹੜੇ ਉਹਨਾਂ ਨੇ ਨੰਬਰ ਦੱਸੇ ਆ ਜੀ ਉਹ ਨੰਬਰ ਬਹੁਤ ਜ਼ਿਆਦਾ ਆਏ ਆ। 12 ਮੌਤਾਂ ਹੋਈਆਂ, ਉਹਦੇ ਵਿੱਚ 2 ਬੱਚੇ ਨੇ, ਇੱਕ 5 ਸਾਲ ਦਾ ਔਰ ਇੱਕ 9 ਸਾਲ ਦਾ, ਜਿਹਦੀ ਉਹਦੇ ਨਾਲ ਮੌਤ ਹੋਈ ਆ। ਜਿਹੜੇ ਇਸ ਵੇਲੇ ਐਕਟਿਵ ਕੇਸਿਸ ਆ ਉਹ ਕੋਈ 34,276 ਨੇ ਜਿਹੜੇ ਰਿਪੋਰਟ ਕੀਤੇ ਗਏ ਅਲਬਰਟਾ ਦੇ ਵਿੱਚ। ਔਰ ਇਹਦੇ ਨਾਲੋਂ ਵੀ ਉਹ ਨੰਬਰ ਕਹਿੰਦੇ ਜੀ ਬਹੁਤ ਜ਼ਿਆਦਾ ਹੋ ਸਕਦੇ ਆ, ਕਿਉਂਕਿ ਉਹਨਾਂ ਨੇ ਜਿਹੜੀ ਇਹ ਹੁਣ ਗੱਲ ਕੀਤੀ ਹੈ ਸਿਰਫ ਜਿਹੜੇ PCR ਟੈਸਟ ਦੀ ਨਹੀਂ ਗੀ ਹੈਗੀ, ਇਹ ਜਿਹੜੇ ਦੂਸਰੇ ਟੈਸਟ ਆ ਉਹਨਾਂ ਤੋਂ ਹੀ ਨੰਬਰ ਆਏ ਨੇ। ਉਹ ਕਹਿੰਦੇ ਵੀ ਜਦੋਂ PCR ਰਾਹੀਂ ਟੈਸਟ ਨੰਬਰ ਆਉਂਦੇ ਆ ਤੇ ਉਹ ਕਿਤੇ ਜ਼ਿਆਦਾ ਹੋ ਸਕਦੇ ਨੇ। ਸੋ ਉਹਨਾਂ ਦਾ ਕਹਿਣ ਦਾ ਭਾਵ ਇਹ ਹੈਗਾ ਜੀ ਵੀ ਜਿਹੜੇ ਹੁਣ ਕਿਉਂਕਿ ਉਹ PCR ਟੈਸਟ ਜਿਹੜੀਆਂ ਹਸਪੀਟਲ ਹੋਏ ਜਾਂ ਹੋਰ ਜਗ੍ਹਾ ਜੀ ਉੱਥੇ ਕੀਤੇ ਜਾਂਦੇ ਆ ਹਾਈ ਪ੍ਰਾਇਓਰਟੀ ਵਾਲੀ ਜਗ੍ਹਾ ਦੇ ਵਿੱਚ। ਪਰ ਜਿਹੜੇ ਆਮ ਉਹਨਾਂ ਨੇ ਕਿਹਾ ਸੀਗਾ ਲੋਕਾਂ ਨੂੰ ਵੀ ਤੁਸੀਂ ਰੈਪਿਡ ਟੈਸਟ ਘਰੇ ਕਰ ਲੈਣਾ। ਜਿਹੜੀ ਹੁਣ ਗੱਲ ਆ ਰਹੀ ਹੈ ਜੀ ਉਹਦੇ ਵਿੱਚ ਪ੍ਰੀਮੀਅਰ ਹੋਰੀ ਕਹਿ ਰਹੇ ਨੇ ਫੈਡਰਲ ਗੌਰਮੈਂਟ ਨੂੰ ਕਿ ਤੁਸੀਂ ਫਾਈਜ਼ਰ ਵੱਲੋਂ ਜਿਹੜੀ ਐਂਟੀਵਾਇਰਲ ਡਰੱਗ ਮੈਡੀਕੇਸ਼ਨ ਪੈਕਸਲੋਵਿਡ ਤਿਆਰ ਕੀਤੀ ਗਈ ਆ ਉਹ ਜਿਹੜੀ ਆ ਮਤਲਬ ਮਾਈਲਡ ਕੇਸਿਸ ਲਈ ਉਹ ਜਲਦ ਤੋਂ ਜਲਦ ਅਪਰੂਵ ਕੀਤੀ ਜਾਏ ਤਾਂ ਕਿ ਲੋਕਾਂ ਨੂੰ ਉਹ ਦਿੱਤੀ ਜਾਵੇ। ਕੱਲ੍ਹ ਤੱਕ ਜਿਹੜੇ 436 ਵਿਅਕਤੀ ਜਿਹੜੇ ਸੀ ਜੀ ਹਸਪਤਾਲ ਸੀ ਤੇ 61 ICU ਦੇ ਵਿੱਚ ਸੀਗੇ। ਔਰ ਜਿਵੇਂ ਮੈਂ ਦੱਸਿਆ ਕਿ 12 ਮੌਤਾਂ ਹੋਈਆਂ ਨੇ, ਉਹਦੇ ਵਿੱਚ 2 ਬੱਚੇ ਵੀ ਨੇ। ਡਾਕਟਰ ਡੀਨਾ ਹਿੰਸ਼ਾ ਹੋਰਾਂ ਨੇ ਕਿਹਾ ਕਿ ਪਿਛਲੇ 2 ਸਾਲ ਜਿਹੜੇ ਆ ਅਲਬਰਟਨਸ ਲਈ ਬੜੇ ਚੈਲੰਜਿੰਗ ਰਹੇ ਨੇ ਔਰ ਉਹਨਾਂ ਨੇ ਹੁਣ ਕਿਹਾ ਕਿ ਭਾਈ ਸਾਨੂੰ ਇਹ ਜਿਹੜਾ ਨਵਾਂ ਵੇਰੀਐਂਟ ਆ ਇਹਨੂੰ ਰੋਕਣ ਲਈ ਸਾਰਿਆਂ ਨੂੰ ਯਤਨ ਕਰਨੇ ਚਾਹੀਦੇ ਨੇ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।